ਹੁਣ ਬੱਚਿਓ ਅਸੀਂ 15,625 ਦਾ ਵਰਗਮੂਲ ਵੰਡ ਵਿਧੀ ਰਾਹੀਂ ਕਰਦੇ ਹਾਂ। ਔਰ ਇਹਦੇ ਲਈ ਬੱਚਿਓ ਸਭ ਤੋਂ ਪਹਿਲਾਂ ਸਾਡੇ ਕੋਲ ਕੰਮ ਕੀ ਹੈ ਕਿ ਅਸੀਂ ਇਸ ਸੰਖਿਆ ਨੂੰ ਇੱਥੇ ਲਿਖ ਲੈਣਾ ਹੈ ਔਰ ਸੱਜੇ ਹੱਥ ਤੋਂ ਦੋ ਦੋ ਅੰਕਾਂ ਦੇ ਜੋੜੇ ਬਣਾਉਣੇ ਹਨ। ਜਿਸ ਤਰ੍ਹਾਂ ਇਹ ਸਾਡਾ ਪਹਿਲਾ ਜੋੜਾ ਬਣ ਗਿਆ, ਇਧਰੋਂ 1 2, ਫਿਰ ਦੁਬਾਰਾ 1 2, ਔਰ ਜੋ ਬਾਕੀ ਬਚਿਆ ਹੈ ਉਸ ਨੂੰ ਇੱਕ ਸਥਾਨ 'ਤੇ ਇਸ ਤਰ੍ਹਾਂ ਹੀ ਰਹਿਣ ਦੇਣਾ ਹੈ। ਤਾਂ ਅੱਗੇ ਕੀ ਕਰਾਂਗੇ ਬੱਚੋ, ਇਸ ਤਰ੍ਹਾਂ ਇੱਕ ਨੀਚੇ ਲੰਬੀ ਲਕੀਰ, ਫਿਰ ਇਧਰਲੇ ਪਾਸੇ ਲਕੀਰ। ਤਾਂ ਹੁਣ ਬੱਚੋ ਸਭ ਤੋਂ ਪਹਿਲਾ ਸਟੈਪ ਕੀ ਹੈ ਕਿ ਇਸ ਸੰਖਿਆ ਜਿਹੜੀ ਇਹ ਸਾਡੀ ਪਹਿਲਾ ਏਕਾ ਹੈ, ਇੱਥੋਂ ਅਸੀਂ ਸ਼ੁਰੂ ਕਰਨਾ ਹੈ, ਕਿਉਂਕਿ ਅਸੀਂ ਇੱਕ ਜੋੜਾ, ਦੋ ਜੋੜਾ ਔਰ ਤੀਸਰਾ ਜੋ ਸਾਡੀ ਸੰਖਿਆ ਬਚੀ ਸੀ ਉਹ ਕੇਵਲ ਇੱਕ ਹੈ। ਤਾਂ ਇਸ ਇੱਕ ਨੂੰ ਭਾਗ ਕਰਨ ਦੇ ਲਈ ਅਸੀਂ ਸਭ ਤੋਂ ਪਹਿਲਾਂ ਬੱਚੋ ਸ਼ੁਰੂਆਤ ਕਰਨੀ ਹੈ। ਇਹ 1 ਤੋਂ ਲੈ ਕੇ 9 ਤੱਕ ਜੋ ਸਾਡੇ ਅੰਕ ਹਨ, ਇਹਨਾਂ ਵਿੱਚੋਂ ਕੋਈ ਨਾ ਕੋਈ ਸੰਖਿਆ ਅਸੀਂ ਚੁਣਨੀ ਹੈ। ਤਾਂ ਬੱਚੋ ਇੱਥੇ ਸਾਨੂੰ 1 ਚਾਹੀਦਾ ਹੈ। ਜਵਾਬ ਵਿੱਚ ਵੇਖੀਏ 1 ਬਣਿਆ ਹੋਇਆ ਸਾਡੇ ਕੋਲ, 1 ਨੂੰ 1 ਨਾਲ ਗੁਣਾ ਕਰਕੇ 1 ਆਇਆ ਹੈ। ਤਾਂ ਅਸੀਂ ਕੀ ਕਰਾਂਗੇ, ਇੱਥੇ ਵੀ 1 ਲਗਾ ਦਿੰਦੇ ਹਾਂ। 1 ਏਕਮ 1, ਇਹ ਸਾਡਾ ਪਹਿਲਾ ਸਟੈਪ ਹੋ ਗਿਆ। ਇਹ ਘਟਾਓ ਕਰਕੇ ਬੱਚੋ ਸਾਡੇ ਕੋਲ 0 ਆ ਜਾਂਦਾ ਹੈ। ਅੱਗੇ ਤੋਂ ਅਸੀਂ ਬੇਸ਼ੱਕ 0 ਨਾ ਵੀ ਲਿਖਾਂਗੇ ਚੱਲੇਗਾ, ਕਿਉਂਕਿ ਇਸ ਤੋਂ ਬਾਅਦ ਬੱਚਿਓ ਅਸੀਂ ਉੱਤੋਂ ਸੰਖਿਆ ਹੇਠਾਂ ਉਤਾਰਨੀ ਹੈ। ਭਾਗ ਦੇ ਵਿੱਚ ਅਸੀਂ ਕੇਵਲ ਇੱਕ ਸੰਖਿਆ ਉਤਾਰਦੇ ਸੀ, ਇੱਥੇ ਅਸੀਂ ਇਹ ਜੋੜੇ ਦਾ ਜੋੜਾ ਹੀ ਨੀਚੇ ਲਿਖਾਂਗੇ। ਹੁਣ ਤੱਕ ਬੱਚਿਓ ਇੱਥੋਂ ਤੱਕ ਜੋ ਸਾਡਾ ਜਵਾਬ ਹੈ ਉਹ 1 ਬਣ ਚੁੱਕਿਆ ਹੈ। ਹੁਣ ਅਸੀਂ ਇਸ ਤੋਂ ਅੱਗੇ ਕੀ ਕਰਦੇ ਹਾਂ, ਇਸ ਜਵਾਬ ਨੂੰ ਸਾਈਡ ਉੱਪਰ ਲਿਖ ਕੇ ਇਹਦੇ ਵਿੱਚ ਓਨੇ ਹੀ ਹੋਰ ਜੋੜ ਦਿੰਦੇ ਹਾਂ। ਭਾਵ ਕਿ ਇੱਕ ਜਵਾਬ ਬਣਿਆ ਸੀ ਉਹਦੇ ਵਿੱਚ 1 ਹੀ ਜੋੜ ਦਿੱਤਾ, ਤਾਂ ਸਾਡੇ ਕੋਲ ਬੱਚੋ 2 ਆ ਗਿਆ। ਇਸ 2 ਨੂੰ ਬੱਚੋ ਮੈਂ ਇੱਥੇ ਲਿਖ ਦੇਵਾਂਗਾ। ਔਰ ਇੱਥੇ ਜੋ ਮੈਂ ਜਗ੍ਹਾ ਛੱਡੀ ਹੈ ਬੱਚੋ, ਉਸ ਦਾ ਕਾਰਨ ਕੀ ਹੈ ਕਿ ਇੱਥੇ ਅਸੀਂ ਫਿਰ ਕੋਈ ਨਾ ਕੋਈ ਅੰਕ ਲਗਾਉਣਾ ਹੈ। ਇਸ 1 ਤੋਂ ਲੈ ਕੇ 9 ਤੱਕ ਕੋਈ ਵੀ ਅਸੀਂ ਚੁਣ ਸਕਦੇ ਹਾਂ। ਤਾਂ ਇਸ ਬੱਚੋ 2 ਨੂੰ ਮੈਂ ਇੱਧਰ ਲਿਖ ਲੈਂਦਾ ਹਾਂ। ਮੰਨ ਲਓ ਇਸ 2 ਦੇ ਨਾਲ ਅਸੀਂ 1 ਲਗਾਉਂਦੇ ਹਾਂ, ਤਾਂ ਇਹ 21 ਬਣ ਗਿਆ। ਇਸ ਨੂੰ 1 ਨਾਲ ਹੀ ਗੁਣਾ ਕਰਾਂਗੇ, 21 ਏਕਮ 21। ਤਾਂ ਪਰ ਬੱਚੋ ਸਾਨੂੰ ਕੀ ਚਾਹੀਦਾ ਹੈ, ਸਾਨੂੰ ਤਾਂ 56 ਚਾਹੀਦਾ ਹੈ। ਇਹਦਾ ਮਤਲਬ ਅਸੀਂ 1 ਤੋਂ ਅੱਗੇ ਚੱਲੀਏ, ਭਾਵ ਕਿ ਇਸ 2 ਨੂੰ ਇੱਥੇ ਲਗਾ ਲਈਏ। ਤਾਂ ਬੱਚੋ ਜਦੋਂ ਅਸੀਂ 2 ਇਹਦੇ ਨਾਲ ਲਗਾਉਂਦੇ ਹਾਂ ਤਾਂ ਕੀ ਬਣੇਗਾ ਬੱਚੋ, 2 ਦੂਣੀ 4, 2 ਦੂਣੀ 4, 44 ਸਾਡੇ ਕੋਲ ਆ ਗਿਆ। ਇਹ ਬੱਚੋ ਸਾਰਾ ਹੀ ਕੱਚਾ ਕੰਮ ਹੈ, ਇਹ ਸਿਰਫ ਤੁਹਾਨੂੰ ਦਿਖਾਉਣ ਵਾਸਤੇ ਮੈਂ ਇੱਥੇ ਕਰ ਰਿਹਾ ਹਾਂ। ਜਦੋਂ ਅਸੀਂ ਇਸ ਨੂੰ ਸਵਾਲ ਨੂੰ ਹੱਲ ਕਰਾਂਗੇ, ਇਸ ਨੂੰ ਅਸੀਂ ਪਾਸੇ ਕਰਾਂਗੇ, ਇਹ ਸਾਰਾ ਕੁਝ ਇੱਥੇ ਵਿਖਾਉਣ ਦੀ ਜ਼ਰੂਰਤ ਨਹੀਂ ਹੈ। ਇਹ ਜੋ ਮੇਨ ਚੀਜ਼ ਹੈ ਇਹਨੂੰ ਹੀ ਬੱਚੋ ਅਸੀਂ ਵਿਖਾਇਆ ਕਰਾਂਗੇ। ਇਹ ਸਮਝਣ ਦੇ ਲਈ ਅਸੀਂ ਇੱਥੇ ਨਾਲ ਹੀ ਇਹ ਕੱਚਾ ਕੰਮ ਕਰ ਰਹੇ ਹਾਂ। ਤਾਂ ਬੱਚੋ ਸਾਡੇ ਕੋਲ 44 ਆਇਆ, ਅਜੇ ਵੀ ਸਾਡੇ ਕੋਲ 56 ਨਹੀਂ ਆਇਆ। ਅਸੀਂ ਇੱਕ ਵਾਰ 3 ਨਾਲ ਵੀ ਕੋਸ਼ਿਸ਼ ਕਰ ਲਈਏ। ਤਾਂ ਦੇਖੋ ਬੱਚੋ ਅਸੀਂ 2 ਇੱਥੇ ਲਗਾਇਆ, 3 ਇੱਥੇ ਲਗਾਇਆ, ਇਸ ਤਰ੍ਹਾਂ 3। ਤਾਂ ਬੱਚੋ ਜਦੋਂ ਇਹਨੂੰ ਗੁਣਾ ਕਰਾਂਗੇ, 3 ਤੀਏ 9 ਅਤੇ 3 ਦੂਣੀ 6, ਇਹ 69। ਇਹ ਤਾਂ ਬੱਚੋ ਵੱਧ ਗਿਆ ਇਹਦੇ ਤੋਂ। ਤਾਂ ਇਸ ਤੋਂ ਭਾਵ ਇਹ ਹੈ ਕਿ ਇਹ 69 ਤਾਂ ਬੱਚੋ ਇੱਥੇ ਲੱਗ ਨਹੀਂ ਸਕਦਾ, ਅਤੇ 56 ਸਾਡੇ ਕੋਲ ਆਇਆ ਨਹੀਂ। ਫਿਰ ਅਸੀਂ ਕੀ ਕਰਾਂਗੇ, ਜੋ 56 ਤੋਂ ਛੋਟਾ ਭਾਵ 44 ਹੈ, ਉਸ 44 ਨੂੰ ਇੱਥੇ ਲਗਾਵਾਂਗੇ। ਤਾਂ ਉਹ 44 ਬੱਚੋ ਕਿਵੇਂ ਆਇਆ ਸੀ, ਜਦੋਂ 2 ਅਸੀਂ ਇੱਥੇ ਲਗਾਇਆ ਸੀ, ਇਹੋ ਹੀ 2 ਇੱਥੇ ਲਗਾ ਦੇਣਾ ਹੈ। ਔਰ ਜੋ ਇਹ 22 ਬਣਿਆ ਹੈ, ਇਸ ਨੂੰ 2 ਨਾਲ ਹੀ ਗੁਣਾ ਕੀਤੀ, 44 ਆਇਆ। ਔਰ ਇਸ ਤਰ੍ਹਾਂ ਕਰਕੇ ਅਸੀਂ ਲਕੀਰ ਮਾਰ ਦਿੱਤੀ। ਔਰ ਬਿਲਕੁਲ ਹੁਣ ਬੱਚੋ ਜਿਸ ਤਰ੍ਹਾਂ ਅਸੀਂ ਭਾਗ ਦੇ ਵਿੱਚ ਘਟਾਓ ਕਰਦੇ ਹਾਂ, ਉਹ ਘਟਾਓ ਕਰਕੇ ਸਾਡੇ ਕੋਲ ਇਸ ਤਰ੍ਹਾਂ ਇਹ 12 ਆ ਗਿਆ। ਤਾਂ ਬੱਚੋ ਅਸੀਂ ਦੇਖਿਆ ਕਿ ਪਹਿਲਾਂ 2 ਨੂੰ ਇੱਥੇ ਰੱਖਿਆ, 1 ਨਾਲ ਲਗਾਇਆ, 1 ਨਾਲ ਹੀ ਗੁਣਾ ਕੀਤੀ, 21 ਆ ਗਿਆ। ਉਹ ਇੱਥੇ ਛੋਟਾ ਸੀ, ਅਸੀਂ ਨਹੀਂ ਲਗਾਇਆ, ਅੱਗੇ ਗਏ। ਤਾਂ ਬੱਚੋ ਜ਼ਰੂਰੀ ਨਹੀਂ ਇੱਥੇ ਅਸੀਂ ਸਾਰੀ ਗੁਣਾ ਕਰ ਵੇਖੀ ਜਾਈਏ। ਅਸੀਂ ਇੱਕ ਕੰਮ ਇੱਥੇ ਹੋਰ ਵੀ ਕਰ ਸਕਦੇ ਹਾਂ ਅੰਦਾਜ਼ਾ ਲਗਾਉਣ ਲਈ, ਕਿ ਅਸੀਂ ਘੱਟ ਤੋਂ ਘੱਟ ਗੁਣਾ ਕਰੀਏ। ਦੇਖੋ ਬੱਚੋ ਅਸੀਂ ਕੀ ਕਰਾਂਗੇ, ਜੋ ਵੀ ਅੰਕ ਇੱਥੇ ਲਗਾਉਣਾ ਚਾਹੁੰਦੇ ਹਾਂ ਲਗਾਵਾਂਗੇ। ਤਾਂ ਬੱਚੋ ਇੱਥੋਂ ਹੀ 1 ਤੋਂ ਲੈ ਕੇ 9 ਤੱਕ ਬੇਸ਼ੱਕ ਗੁਣਾ ਕਰਨ ਤੋਂ ਪਹਿਲਾਂ ਉਸ ਅੰਕ ਨੂੰ ਪਹਿਲਾਂ ਹੀ ਇੱਥੇ ਗੁਣਾ ਕਰ ਲੈਣੀ ਹੈ। ਮੰਨ ਲਓ ਮੈਂ 2 ਲਗਾਉਣਾ ਚਾਹੁੰਦਾ ਹਾਂ, 2 ਦੂਣੀ 4, ਤਾਂ ਮੇਰੇ ਇਸ 5 ਤੋਂ ਇਹ 4 ਛੋਟਾ ਆਉਂਦਾ ਹੈ। ਤਾਂ ਮੈਨੂੰ ਇੱਕ ਸੰਭਾਵਨਾ ਬਣ ਜਾਂਦੀ ਹੈ, ਅੰਦਾਜ਼ਾ ਲੱਗ ਜਾਂਦਾ ਹੈ ਕਿ ਇੱਥੇ ਮੈਂ 2 ਨਾਲ ਗੁਣਾ ਕਰ ਸਕਦਾ ਹਾਂ। ਅਸੀਂ 3 ਨਾਲ ਗੁਣਾ ਕਰਕੇ ਵੇਖੀ ਤਾਂ ਸੀ, ਪਰ ਅਸੀਂ ਜੇ ਚਾਹੁੰਦੇ ਅਸੀਂ ਨਹੀਂ ਵੀ ਸੀ ਕਰ ਸਕਦੇ। ਕਿਵੇਂ, ਅਸੀਂ ਪਹਿਲਾਂ ਹੀ ਇਸ 3 ਨੂੰ ਇਸ 2 ਨਾਲ ਸਿੱਧੀ ਗੁਣਾ ਕਰ ਲੈਣੀ ਹੈ। 3 ਦੂਣੀ 6, ਅਸੀਂ ਵੇਖਾਂਗੇ ਇਸ 5 ਤੋਂ ਉਹ 6 ਵੱਧ ਗਿਆ ਹੈ, ਤਾਂ ਸਾਨੂੰ ਗੁਣਾ ਕਰਨ ਦੀ ਜ਼ਰੂਰਤ ਹੀ ਨਹੀਂ ਸੀ, ਅਸੀਂ ਸਿਰਫ ਉਹ ਸਮਝਣ ਵਾਸਤੇ ਕੀਤੀ। ਤਾਂ ਬੱਚੋ ਇੱਥੋਂ ਤੱਕ ਸਾਡੇ ਕੋਲੇ 12 ਆ ਗਿਆ ਹੈ। ਤਾਂ ਕੀ ਕਰਾਂਗੇ, ਉੱਤੋਂ ਹੁਣ ਸਾਡੇ ਕੋਲੇ 25 ਜੋੜਾ ਬਚਿਆ ਹੋਇਆ ਹੈ, ਇਸ ਨੂੰ ਅਸੀਂ ਨੀਚੇ ਉਤਾਰ ਲੈਣਾ ਹੈ।
ਹੁਣ ਬੱਚਿਓ ਇੱਥੋਂ ਤੱਕ ਸਾਡੇ ਕੋਲ ਤੇ ਜਵਾਬ 12 ਬਣ ਚੁੱਕਿਆ ਹੈ। ਤਾਂ ਔਰ ਜੋ ਜਵਾਬ ਹੈ ਉਸ ਨੂੰ ਕੀ ਕਰਨਾ ਹੈ, ਮੈਂ ਸਾਈਡ ਤੇ ਲਿਖਦਾ ਹਾਂ, ਉਹਦੇ ਵਿੱਚ ਓਨੇ ਜੋੜ ਦਿੰਦਾ ਹਾਂ, ਜਿੰਨਾ ਜਵਾਬ ਬਣਿਆ ਸੀ ਉਹਦੇ ਵਿੱਚ ਓਨੇ ਹੀ। ਤਾਂ ਸਾਡੇ ਕੋਲ ਬੱਚਿਓ 24 ਬਣ ਗਿਆ ਹੈ। ਇੱਥੇ ਬੱਚਿਓ ਅਸੀਂ ਇੰਜ ਵੀ ਕਰ ਸਕਦੇ ਹਾਂ ਕਿ ਜਿੰਨਾ ਜਵਾਬ ਬਣਿਆ ਹੈ ਉਸ ਨੂੰ ਸਿੱਧਾ 2 ਨਾਲ ਗੁਣਾ ਕਰਕੇ ਵੀ ਇੱਥੇ ਲਿਖ ਸਕਦੇ ਹਾਂ। ਇਹ ਸਮਝਣ ਦੇ ਤਰੀਕੇ ਹਨ, ਜਿਸ ਤਰ੍ਹਾਂ ਵੀ ਸਾਨੂੰ ਠੀਕ ਲੱਗਦਾ ਹੈ ਅਸੀਂ ਉਸ ਤਰ੍ਹਾਂ ਕਰ ਸਕਦੇ ਹਾਂ। ਤਾਂ ਬੱਚਿਓ 12 ਵਿੱਚ 12 ਜੋੜਨ ਨਾਲ 24 ਆਇਆ, ਜਾਂ ਇਹ ਕਹੀਏ 12 ਨੂੰ 2 ਨਾਲ ਗੁਣਾ ਕਰਨ ਤੇ 24 ਆਇਆ। ਉਸ 24 ਨੂੰ ਅਸੀਂ ਬੱਚੋ ਇੱਥੇ ਲਗਾਉਣਾ ਹੈ। ਯਾਦ ਰੱਖਣਾ ਕਿ ਹਰ ਵਾਰ ਭਾਗ ਕਰਨ ਲਈ ਅਸੀਂ ਸੰਖਿਆ ਨਵੀਂ ਲਿਖਣੀ ਹੈ ਔਰ ਜਿਹਨੂੰ ਭਾਗ ਕਰਨਾ ਹੈ ਉਹਦੇ ਸਾਹਮਣੇ ਲਿਖਣੀ ਹੈ। ਔਰ ਬੱਚੋ ਵੇਖੋ ਇੱਥੇ ਫਿਰ ਮੈਂ ਸਥਾਨ ਛੱਡ ਦਿੱਤਾ। ਹੁਣ ਇਸ ਜਗ੍ਹਾ ਦੇ ਉੱਪਰ ਅਸੀਂ ਬੱਚੋ ਇੱਥੋਂ ਕੋਈ ਨਾ ਕੋਈ ਅੰਕ ਲੱਭਣਾ ਹੈ। ਤਾਂ ਬੱਚੋ ਜਿਸ ਤਰ੍ਹਾਂ ਅਸੀਂ ਸ਼ੁਰੂਆਤ ਕਰਦੇ ਹਾਂ, ਮੈਂ ਕੱਚਾ ਕੰਮ ਇੱਥੇ ਹੀ ਕਰਾਂਗਾ। 24 ਸੀ, ਉਹਦੇ ਨਾਲ ਮੈਂ 1 ਲਗਾਇਆ ਤਾਂ ਸੰਖਿਆ ਬਣ ਗਈ 241। 1 ਨਾਲ ਹੀ ਗੁਣਾ ਕਰਨੀ ਹੈ ਤਾਂ ਮੇਰੇ ਕੋਲ ਜਵਾਬ 241 ਬਹੁਤ ਹੀ ਛੋਟੀ ਸੰਖਿਆ ਆਈ ਇਹਦੇ ਤੋਂ। ਤਾਂ ਇਹਦਾ ਭਾਵ ਹੈ ਕਿ ਇਸ ਤੋਂ ਅਗਲਾ ਅੰਕ ਅਸੀਂ ਟਰਾਈ ਕਰੀਏ। ਤਾਂ ਜੋ ਬੱਚੋ ਸਾਡਾ 24 ਸੀ ਇਹ ਵਾਲਾ, ਹੁਣ ਉਹਦੇ ਨਾਲ ਅਸੀਂ ਇਹ 2 ਲਗਾ ਦਿੰਦੇ ਹਾਂ ਤਾਂ 2 ਨਾਲ ਹੀ ਗੁਣਾ। ਤਾਂ ਸਾਡੇ ਕੋਲ ਆ ਜਾਏਗਾ 2 ਦੂਣੀ 4, 4 ਦੂਣੀ 8, ਫਿਰ 2 ਦੂਣੀ 4। ਇਹ ਬੱਚੋ ਫਿਰ ਬਹੁਤ ਛੋਟੀ ਹੈ। ਇਹਦਾ ਮਤਲਬ ਹੈ ਇਸ 2 ਤੋਂ ਵੀ ਸਾਨੂੰ ਅੱਗੇ ਚੱਲਣਾ ਪੈਣਾ ਹੈ। ਤਾਂ ਇਹਦਾ ਮਤਲਬ ਅਸੀਂ ਇਹਦੇ ਨਾਲ ਹੁਣ 3 ਲਗਾਈਏ। ਜਦੋਂ ਬੱਚੋ 3 ਲਗਾਇਆ, 3 ਨੂੰ 3 ਨਾਲ ਹੀ ਗੁਣਾ ਕਰਾਂਗੇ। 3 ਤੀਏ 9, 4 ਤੀਏ 12, 1 3 ਦੂਣੀ 6 ਤੇ 1 7 ਹੈ। ਫਿਰ ਬੱਚੋ ਇਹ ਰਕਮ ਬਹੁਤ ਛੋਟੀ। ਤਾਂ ਬੱਚੋ ਇਸ 24 ਦੇ ਨਾਲ ਅਸੀਂ ਕੋਈ ਨਾ ਕੋਈ ਅੰਕ ਲਗਾਉਣਾ ਹੈ। ਲਗਾਉਣ ਤੋਂ ਬਾਅਦ ਜੋ ਵੀ ਸੰਖਿਆ ਪ੍ਰਾਪਤ ਹੋਏਗੀ, ਜਿਸ ਤਰ੍ਹਾਂ 24 ਦੇ ਨਾਲ 1 ਲਗਾਇਆ 241 ਬਣ ਗਿਆ ਔਰ 241 ਨੂੰ 1 ਨਾਲ ਹੀ ਗੁਣਾ ਕਰਨੀ ਹੈ। ਜਵਾਬ ਆਇਆ 241, ਪਰ ਇਹ 241 ਇੰਨਾ ਨਹੀਂ ਆਇਆ, ਭਾਵ ਕਿ ਇਹ ਤੋਂ ਛੋਟਾ ਹੈ। ਸਾਡੀ ਤਲਾਸ਼ 1225 ਦੀ ਹੈ ਕਿ ਇੰਨੀ ਸੰਖਿਆ ਹੀ ਪੂਰੀ ਇੱਥੇ ਆ ਜਾਵੇ। ਤਾਂ ਬੱਚੋ ਅਸੀਂ ਫਿਰ ਕੀ ਕੀਤਾ, 2 ਤੇ ਟਰਾਈ ਕੀਤੀ, 2 ਤੇ ਕੋਸ਼ਿਸ਼ ਕੀਤੀ ਪਰ ਨਹੀਂ ਗੱਲ ਬਣੀ। 3 ਤੇ 729 ਨਹੀਂ ਗੱਲ ਬਣੀ। ਇੱਥੇ ਬੱਚੋ ਅਸੀਂ ਇੰਨੀ ਵਾਰ ਗੁਣਾ ਕਰਨ ਨਾਲੋਂ ਕੋਈ ਨਾ ਕੋਈ ਇਹੋ ਜਿਹਾ ਤਰੀਕਾ ਲੱਭੀਏ ਕਿ ਸਾਨੂੰ ਲਗਭਗ ਅੰਦਾਜ਼ਾ ਲੱਗ ਜਾਵੇ ਜਾਂ ਪੂਰਾ ਹੀ ਪਤਾ ਲੱਗ ਜਾਵੇ ਕਿ 24 ਦੇ ਨਾਲ ਕਿਸ ਸੰਖਿਆ ਨੂੰ ਲਗਾਉਣ ਵਿੱਚ ਫਾਇਦਾ ਹੈ। ਸਾਨੂੰ ਇਹ ਵਾਲਾ ਜੋ ਇਹ ਸਾਡੀ ਸੰਖਿਆ ਹੈ ਪ੍ਰਾਪਤ ਹੋ ਜਾਵੇ। ਤਾਂ ਬੱਚੋ ਦੇਖੋ ਇਹਦਾ ਤਰੀਕਾ ਕੀ ਹੈ। ਦੇਖੋ ਜੋ ਸਾਡੀ ਸੰਖਿਆ 1225 ਹੈ ਉਸ ਦੇ ਅਖੀਰ ਦੇ ਉੱਪਰ ਤੁਸੀਂ ਦੇਖੋ ਕਿ 5 ਹੈ। ਇਹ ਅਸੀਂ ਧਿਆਨ ਕਰਨਾ ਹੈ। ਇਹਦੇ ਨਾਲ ਸਾਡੀ ਇਹ ਸਾਰੀ ਬੇਲੋੜੀ ਜੋ ਮਿਹਨਤ ਹੈ ਬੱਚੋ ਬਚ ਜਾਏਗੀ। ਦੇਖੋ ਇਹਦੇ ਸਭ ਤੋਂ ਅਖੀਰ ਦੇ ਉੱਪਰ ਸਾਡੇ ਕੋਲ ਇਹ 5 ਹੈ। ਅਸੀਂ ਦੇਖੀਏ ਕਿ ਇਹਨਾਂ ਸੰਖਿਆਵਾਂ ਦੇ ਵਿੱਚ 5 ਕਿੱਥੇ ਆਉਂਦਾ ਹੈ। ਬੱਚੋ ਇੱਕੋ ਇੱਕ ਸੰਖਿਆ 25 ਜਿਸ ਦੇ ਅਖੀਰ ਦੇ ਉੱਪਰ ਇਹ 5 ਹੈ, ਇਹਨੂੰ ਅਸੀਂ ਧਿਆਨ 'ਚ ਲੈ ਕੇ ਆਈਏ। ਇਹ ਸੰਖਿਆਵਾਂ ਅਸੀਂ ਸਾਰੀਆਂ ਹਟਾ ਦਈਏ ਇੱਥੋਂ। ਤਾਂ ਦੇਖੋ ਬੱਚੋ ਸਾਡਾ ਜੋ 5 ਹੈ ਉਹ ਇੱਥੇ ਆ ਰਿਹਾ ਹੈ ਔਰ 5 ਨੂੰ 5 ਨਾਲ ਗੁਣਾ ਕਰਿਆ ਆ ਰਿਹਾ ਹੈ। ਤਾਂ ਇੱਥੋਂ ਬੱਚੋ ਸਾਨੂੰ ਇਹ ਗੱਲ ਕਲੀਅਰ ਹੋ ਜਾਵੇਗੀ ਕਿ ਜੋ ਇਹ ਸਾਡੀ ਸੰਖਿਆ 24 ਹੈ ਇਹਦੇ ਨਾਲ ਕੇਵਲ ਤੇ ਕੇਵਲ 5 ਹੀ ਲੱਗ ਸਕਦਾ ਹੈ। ਤਾਂ ਬੱਚੋ ਅਸੀਂ 5 ਇੱਥੇ ਲਗਾ ਦਿੰਦੇ ਹਾਂ। ਜਿੰਨੀ ਸੰਖਿਆ ਬਣ ਗਈ ਉਹਨੂੰ ਫਿਰ 5 ਦੇ ਨਾਲ ਹੀ ਅਸੀਂ ਬੱਚੋ ਗੁਣਾ ਕਰਨੀ ਹੈ। ਤਾਂ ਜਿਸ ਤਰ੍ਹਾਂ ਆਮ ਸਧਾਰਨ ਗੁਣਾ ਕਰਦੇ ਹਾਂ ਉਸ ਤਰ੍ਹਾਂ ਹੀ ਕਰਾਂਗੇ। ਦੇਖੋ ਬੱਚੋ 25 ਆ ਗਿਆ, 5 5 25, 2 ਅਸਲ 4 5 20, 2 22, ਫਿਰ 2 5 ਦੂਣੀ 10 ਤੇ 2 12। ਤੁਸੀਂ ਦੇਖੋ ਬੱਚੋ ਜੋ ਇਹ ਸੰਖਿਆ 1225 ਆਈ ਉਹ ਬਿਲਕੁਲ ਇਹੋ ਹੀ ਹੈ। ਤਾਂ ਅੱਗੇ ਤੋਂ ਬੱਚੋ ਜਿੰਨੇ ਵੀ ਅਸੀਂ ਸਵਾਲ ਕਰਨੇ ਹਨ ਅਸੀਂ ਆਖਰੀ ਅੰਕ ਦੀ ਸਹਾਇਤਾ ਨਾਲ ਅੰਦਾਜ਼ਾ ਲਗਾ ਲਿਆ ਕਰਾਂਗੇ ਕਿ ਜੋ ਸਾਡਾ ਕੀ ਅੰਦਾਜ਼ਾ ਕਿ ਇੱਥੇ ਜੋ ਸੰਖਿਆ ਅਸੀਂ ਲਿਆਉਣਾ ਚਾਹੁੰਦੇ ਹਾਂ ਉਹ ਕਿਸ ਅੰਕ ਦੀ ਸਹਾਇਤਾ ਨਾਲ ਆ ਸਕਦੀ ਹੈ। ਤਾਂ ਬੱਚੋ ਜੋ ਅਸੀਂ ਇਹ 5 ਲਾ ਕੇ ਆਪਣੀ ਸੰਖਿਆ ਲੈ ਕੇ ਆਏ ਹਾਂ ਇਸ ਨੂੰ ਹੁਣ ਇੱਥੇ ਲਗਾਉਣਾ ਹੈ। ਕਿਸ ਤਰ੍ਹਾਂ, ਅਸੀਂ ਇਸ 5 ਨੂੰ ਇੱਥੇ ਲਗਾ ਦਿੱਤਾ, ਨਾਲ ਦੀ ਨਾਲ ਹੀ ਇਸੇ 5 ਨੂੰ ਬੱਚਿਓ ਅਸੀਂ ਇੱਥੇ ਲਗਾ ਦੇਣਾ ਹੈ ਔਰ 245 ਨੂੰ 5 ਨਾਲ ਗੁਣਾ ਕਰਨ ਤੇ ਜੋ ਸੰਖਿਆ ਆਈ ਹੈ ਉਸ ਨੂੰ ਬੱਚੋ ਇੱਥੇ ਲਗਾ ਦੇਣਾ ਹੈ। ਦੋਵੇਂ ਸੰਖਿਆਵਾਂ ਬਰਾਬਰ ਹਨ। ਜਦੋਂ ਹੀ ਘਟਾਓ ਕਰਾਂਗੇ ਤਾਂ ਬੱਚੋ ਸਾਡੇ ਕੋਲ ਥੱਲੇ ਕਾਂਟਾ ਆ ਗਿਆ, 0 ਹੋ ਗਿਆ, ਬਾਕੀ ਕੁਝ ਵੀ ਨਹੀਂ ਬਚਿਆ। ਤਾਂ ਇਸ ਤਰ੍ਹਾਂ ਬੱਚੋ ਅਸੀਂ ਇਸ ਸੰਖਿਆ ਦਾ ਵਰਗਮੂਲ ਕਰ ਲਿਆ ਔਰ ਜਵਾਬ ਅਸੀਂ ਆਪਣਾ ਬੱਚੋ ਕਿਸ ਤਰ੍ਹਾਂ ਲਿਖਣਾ ਹੈ, ਇਸ ਨੂੰ ਅਸੀਂ ਹਟਾ ਦਿੰਦੇ ਹਾਂ। ਤਾਂ ਅਖੀਰ ਦੇ ਉੱਪਰ ਬੱਚੋ ਅਸੀਂ ਜਵਾਬ ਲਿਖਾਂਗੇ ਕਿ ਜੋ ਸਾਡੀ ਇਹ 15625 ਸੰਖਿਆ ਹੈ ਇਸ ਦਾ ਵਰਗਮੂਲ 125 ਆ ਗਿਆ ਹੈ।
ਔਰ ਬੱਚਿਓ ਅਸੀਂ ਆਪਣੇ ਸਵਾਲ ਨੂੰ ਚੈੱਕ ਵੀ ਕਰ ਸਕਦੇ ਹਾਂ। ਜੋ ਇਹ ਜਵਾਬ ਆਇਆ ਹੈ ਉਸ ਨੂੰ ਉਹਦੇ ਨਾਲ ਹੀ ਗੁਣਾ ਕਰਾਂਗੇ, ਫਿਰ ਦੁਬਾਰਾ ਸਾਨੂੰ ਇਹ ਸੰਖਿਆ ਪ੍ਰਾਪਤ ਹੋਣੀ ਚਾਹੀਦੀ ਹੈ। ਤਾਂ ਸਾਨੂੰ ਉਦੋਂ ਹੀ ਪਤਾ ਲੱਗ ਜਾਵੇਗਾ ਕਿ ਸਾਡਾ ਜੋ ਸਵਾਲ ਹੈ ਉਹ ਗਲਤ ਹੈ ਜਾਂ ਉਹਦੇ ਵਿੱਚ ਕੋਈ ਕਮੀ ਰਹਿ ਗਈ ਹੈ। ਤਾਂ ਬੱਚਿਓ 6.4 ਦਾ ਜੋ ਇਹ ਪਹਿਲਾ ਸਵਾਲ ਹੈ, ਇਹਦੇ ਵਿੱਚ ਇਸੇ ਤਰ੍ਹਾਂ ਦੇ ਸਾਰੇ ਸਵਾਲ ਹਨ। ਉਹ ਬੱਚਿਓ ਤੁਸੀਂ ਸਾਰੇ ਸਵਾਲਾਂ ਦੀ ਕੋਸ਼ਿਸ਼ ਕਰਨੀ ਹੈ, ਟਰਾਈ ਕਰਨੀ ਹੈ ਔਰ ਮੈਨੂੰ ਸਾਰੇ ਹੱਲ ਕਰਕੇ ਭੇਜਣੇ ਹਨ। ਔਰ ਬੱਚਿਓ ਬੜਾ ਹੀ ਇਹ ਜ਼ਰੂਰੀ ਇੰਪੋਰਟੈਂਟ ਮੈਥਡ ਹੈ, ਇਹਦੀ ਤੁਸੀਂ ਪੂਰੀ ਟਰਾਈ ਕਰਕੇ ਬੱਚਿਓ ਨੂੰ ਤੁਸੀਂ ਸਿੱਖਣਾ ਹੈ।